ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ। ਅੱਜ ਦੀ ਡਿਸਕਸ਼ਨ ਬੜੀ ਇੰਪੋਰਟੈਂਟ ਹੈ ਕਿਉਂਕਿ ਉਹ ਮੁੱਦਿਆਂ ਤੇ ਹੈ। ਉਹ ਮੁੱਦੇ ਜਿਹੜੇ ਤੁਹਾਡੇ ਸਾਹਮਣੇ ਤਾਂ ਆਏ ਪਰ ਸ਼ਾਇਦ ਗਾਇਬ ਹੋਵੇ। ਤੇ ਇੱਕ ਵਾਰ ਫਿਰ ਮੇਰੇ ਨਾਲ ਜੁੜੇ ਨੇ ਸਾਡੇ CEO ਐਂਡ ਫਾਊਂਡਰ ਮਿਸਟਰ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਮੈਨੂੰ ਲੱਗਦਾ ਬੜਾ ਇੰਪੋਰਟੈਂਟ ਹੈ। ਕਈ ਬਹੁਤ ਵੱਡੇ ਮੁੱਦੇ ਬਣੇ, ਇਹੋ ਜਿਹੇ ਬਣੇ ਕਿ ਅਖਬਾਰਾਂ 'ਚ ਖਬਰਾਂ ਲੱਗ ਗਈਆਂ ਕਿ ਇਸ ਵਾਰ ਦੀ ਇਲੈਕਸ਼ਨ ਇਹਨਾਂ ਮੁੱਦਿਆਂ ਤੇ ਲੜੀ ਜਾਣੀ ਹੈ। ਪਰ ਜੇ ਅੱਜ ਦੀ ਡੇਟ 'ਚ ਗੱਲ ਕਰਾਂ, ਉਹ ਮੁੱਦੇ ਗਾਇਬ ਨੇ। ਥੋੜੀ ਇੰਟਰੋਡਕਸ਼ਨ ਲਈ ਇੱਕ ਵਾਰ ਉਹ ਮੁੱਦੇ ਦੱਸ ਦਿੰਨੇ ਆ ਤੇ ਫਿਰ ਉਹਨਾਂ ਤੇ ਡਿਟੇਲ ਚਰਚਾ ਕਰਦੇ ਹਾਂ। ਬਿਲਕੁਲ। ਸ਼ੁਰੂਆਤ ਹੋਈ ਡਰੱਗਸ ਦਾ ਇਸ਼ੂ, STF ਰਿਪੋਰਟ, ਨਵਜੋਤ ਸਿੰਘ ਸਿੱਧੂ ਦੇ ਬਿਆਨ, ਮਜੀਠੀਆ ਨੂੰ ਜੇਲ੍ਹ 'ਚ ਕਰਾ ਦੂੰਗਾ, ਇਹ ਉਹ ਮੈਂ ਪਬਲਿਕ ਕਰਾਊਂਗਾ STF ਰਿਪੋਰਟ, ਸਭ ਗਾਇਬ। ਫਿਰ ਬੇਅਦਬੀ ਦੇ ਇਨਸੀਡੈਂਟਸ ਹੋਏ, ਇੰਨਾ ਵੱਡਾ ਮੁੱਦਾ ਬਣਿਆ, ਲੱਗਿਆ ਕਿ ਇਹਦੇ ਤੇ ਇਲੈਕਸ਼ਨ ਲੜੀ ਜਾਏਗੀ। 2017 'ਚ ਵੀ ਹੋਇਆ ਸੀਗਾ, ਉਹ ਵੀ ਗਾਇਬ। ਫਿਰ ਲੁਧਿਆਣਾ ਬਲਾਸਟ ਹੋਇਆ, ਲਾਅ ਐਂਡ ਆਰਡਰ ਸਿਚੁਏਸ਼ਨ ਦੀ ਗੱਲ ਹੋਈ, BSF ਜੁਰਿਡਿਕਸ਼ਨ ਵਧਣ ਤੋਂ ਬਾਅਦ ਬਹੁਤ ਪੋਲੀਟਿਕਸ ਹੋਈ, ਬੜਾ ਕੁਝ ਹੋਇਆ, ਉਹ ਇੱਕ ਵਾਰ ਫੇਰ ਗਾਇਬ। ਫਿਰ ਇਸ ਵਾਰ ਲੱਗਿਆ ਕਿ ਲਓ ਜੀ ਸੈਂਡ ਮਾਈਨਿੰਗ ਦਾ ਮੁੱਦਾ, CM ਚੰਨੀ ਵਿੱਚ ਆ ਗਏ ਨੇ, ਇਹ ਮੁੱਦਾ ਸਭ ਤੋਂ ਵੱਡਾ ਬਣ ਜਾਏਗਾ, ਇਸ ਕਰਕੇ ਕਾਂਗਰਸ ਹਾਰ ਜਾਏਗੀ। ਪਰ ਅੱਜ ਦੇਖ ਰਹੇ ਹਾਂ ਇਹ ਸਾਰੇ ਦੇ ਸਾਰੇ ਮੁੱਦੇ ਇੰਨੇ ਵੱਡੇ ਹੋਣ ਦੇ ਬਾਵਜੂਦ, ਜਿੰਨੀ ਹੂਲਾ ਬਲੂ, ਜਿੰਨਾ ਕੁਝ TV ਚੈਨਲਸ ਤੇ ਵੀ ਹੋਇਆ, ਇੱਕਦਮ ਗਾਇਬ। ਸੋ ਇਸੇ ਤਰ੍ਹਾਂ ਮੈਨੂੰ ਲੱਗਦਾ ਸਾਡੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਆਉਂਦੇ ਨੇ ਪਰ ਚਲੇ ਜਾਂਦੇ ਨੇ। ਸ਼ਾਇਦ ਇਸੇ ਕਰਕੇ ਇਹਨਾਂ ਮੁੱਦਿਆਂ ਤੇ ਫੋਕਸ ਨਹੀਂ ਰਹਿ ਪਾਉਂਦਾ ਐਂਡ ਇਸ ਕਰਕੇ ਰੀਅਲ ਇਸ਼ੂਜ਼ ਜਿਹਦੀ ਅਸੀਂ ਹਰ ਵਾਰ ਇਨਸਾਈਟਸ ਵਿੱਚ ਵੀ ਗੱਲ ਕਰਦੇ ਹਾਂ, ਉਹ ਰਹਿ ਹੀ ਨਹੀਂ ਪਾਉਂਦੇ ਸਾਡੇ ਸਾਹਮਣੇ। ਦੇਖੋ, ਪਹਿਲੀ ਵਾਰੀ ਤੇ ਕਈ ਮੁੱਦੇ ਇਸ ਕਰਕੇ ਲੈ ਆਏ ਜਾਂਦੇ ਨੇ ਟੂ ਡਿਸਟਰੈਕਟ ਕਰਨ ਲਈ। ਬਿਲਕੁਲ। ਜਿਵੇਂ ਬੇਅਦਬੀ ਦਾ ਤੁਸੀਂ, ਤਾਂ ਕਿ ਲੋਕੀ ਕੋਰ ਮੁੱਦਿਆਂ ਤੋਂ ਹਟਣ। ਲਾਅ ਐਂਡ ਆਰਡਰ, ਡਰੱਗਸ ਸੀਰੀਅਸ ਮੁੱਦੇ ਨੇ, ਪਰ ਕੋਈ ਵੀ ਪੋਲੀਟੀਕਲ ਪਾਰਟੀ ਨੂੰ ਲੱਗਦਾ ਦੇ ਡੋਨਟ ਕਮ ਆਊਟ ਕਲੀਨ ਇਨ ਇਟ। ਬਿਲਕੁਲ ਹੈ ਨਾ। 2017 ਦੇ, ਕਿਉਂਕਿ ਉਸ ਤੋਂ ਪਹਿਲਾਂ 10 ਸਾਲ ਅਕਾਲੀ ਗਵਰਨਮੈਂਟ ਸੀ, ਸਿਰਫ ਅਕਾਲੀ ਗਵਰਨਮੈਂਟ ਤੇ ਗੱਲ ਆਉਂਦੀ ਸੀ। ਨਾਓ ਐਵਰੀ ਪੋਲੀਟੀਕਲ ਪਾਰਟੀ ਇਜ਼ ਮੋਰਲੀ ਐਂਡ ਆਈ ਸ਼ੁੱਡ ਥਿੰਕ ਲੀਗਲੀ ਰਿਸਪੌਂਸਿਬਲ। ਜੋ ਸਾਡੇ ਪੰਜਾਬ ਦੇ ਯੂਥ ਦਾ ਕਾਨ ਹੋ ਰਿਹਾ ਹੈ, ਬਿਲਕੁਲ, ਉਹ ਸਾਰੇ ਰਿਸਪੌਂਸਿਬਲ ਨੇ ਇਹਦੇ ਲਈ। ਇਹ ਡਰੱਗਸ ਮਾਫੀਆ ਤੇ ਪੋਲੀਟੀਸ਼ੀਅਨ, ਕਾਮਨ ਨੌਲੇਜ ਹੈ ਕਿ ਹਾਊ ਮੈਨੀ ਪੋਲੀਟੀਸ਼ੀਅਨ ਆਰ ਇਨਵੋਲਵਡ ਇਨ ਵਟ ਕਾਈਂਡ ਆਫ ਬਿਜ਼ਨੈਸਿਸ। ਠੀਕ ਹੈ ਨਾ। ਆਪਾਂ ਬੋਲ ਨਹੀਂ ਪਾਉਂਦੇ, ਕੋਈ ਗੱਲ ਨਹੀਂ ਹੋ ਪਾਉਂਦੀ, ਉਹਦੇ ਉੱਤੇ ਕੋਈ ਕਲੀਅਰ ਕੱਟ ਸਬੂਤ ਨਹੀਂ ਮਿਲ ਪਾਉਂਦੇ, ਬਟ ਇਹ ਕਾਮਨ ਨੌਲੇਜ ਹੋ ਗਈ। ਇਹਨੂੰ ਓਪਨ ਸੀਕ੍ਰੇਟ ਸਮਝ ਲਓ ਤੁਸੀਂ ਕਿ ਬਈ ਕਿਵੇਂ ਨੈਕਸਸ ਬਣਿਆ ਹੋਇਆ ਪੋਲੀਟੀਸ਼ੀਅਨਸ ਦਾ, ਪੁਲਿਸ ਦਾ, ਬਿਊਰੋਕ੍ਰੇਸੀ ਦਾ, ਜੋ ਸਾਡੇ ਦੇਸ਼ ਨੂੰ ਇਸ ਤਰ੍ਹਾਂ ਲਗਾਤਾਰ ਖਤਰੇ 'ਚ ਪਾ ਰਿਹਾ ਹੈ। ਫਿਰ ਕਈ ਮੁੱਦੇ ਮੈਨੂੰ ਲੱਗਦਾ ਜੋ ਸਾਡੀ ਸਟੇਟ ਲਈ ਸਭ ਤੋਂ ਇੰਪੋਰਟੈਂਟ ਹੋਣਾ ਚਾਹੀਦਾ, ਸਾਡੇ ਬੱਚਿਆਂ ਦੀ ਐਜੂਕੇਸ਼ਨ, ਉਹਦੀ ਕੁਆਲਿਟੀ, ਅੱਜ ਕਾਲਜਾਂ 'ਚ ਜਾਂ ਸਕੂਲਾਂ 'ਚ ਕਿਸ ਲੈਵਲ ਦੀ ਪੜ੍ਹਾਈ ਹੋ ਰਹੀ ਹੈ, ਉਹਦੀ ਤੇ ਕੋਈ ਗੱਲ ਹੀ ਕਰਨ ਨੂੰ ਤਿਆਰ ਨਹੀਂ ਹੈ। ਫਿਰ ਰਿਸਪੌਂਸਿਬਿਲਿਟੀ ਆਉਂਦੀ ਆ ਮੀਡੀਆ ਦੀ। ਬਿਲਕੁਲ। ਕਿ ਉਹ ਲੋਕਾਂ ਨੂੰ ਕੋਰ ਮੁੱਦਿਆਂ ਤੇ ਰੱਖੇ। ਬਟ ਜੇ ਕਿਸੇ ਵੀ ਮੀਡੀਆ ਹਾਊਸ ਦਾ ਪਕਸ਼ ਜਾਂ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ ਫਾਈਨੈਂਸ਼ੀਅਲੀ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ, ਉਹ ਉਹਨਾਂ ਦੇ ਕਹਿਣ ਤੇ ਮੁੱਦਿਆਂ ਨੂੰ ਡਿਸਟਰੈਕਟ ਕਰ ਦਿੰਦੇ ਨੇ। ਇਹ ਹੁਣ ਮੀਡੀਆ ਦੀ ਰਿਸਪੌਂਸਿਬਿਲਿਟੀ ਆ ਕਿ ਉਹ ਜਨਤਾ ਨੂੰ ਕੋਰ ਮੁੱਦਿਆਂ ਤੇ ਰੱਖੇ, ਉਹਨਾਂ ਦੇ ਸਾਹਮਣੇ ਉਹ ਪੇਸ਼ ਕਰਨ। ਨਹੀਂ ਤੇ ਪਬਲਿਕ ਕੀ ਕਰੇਗੀ, ਆਮ ਜਨਤਾ ਕੀ ਕਰੇਗੀ, ਹੈ ਨਾ। ਮੈਂ ਤੇ ਪਬਲਿਕ ਨੂੰ ਵੀ ਇਹ ਮੈਸੇਜ ਦਊਂਗਾ ਕਿ ਤੁਸੀਂ ਕੋਰ ਮੁੱਦਿਆਂ ਵੱਲ ਧਿਆਨ ਦਿਓ। ਤੁਸੀਂ ਇਹ ਵੇਖੋ ਕਿ ਬਈ ਤੁਹਾਡੇ ਲਈ ਕੀ ਇੰਪੋਰਟੈਂਟ ਹੈ, ਤੁਹਾਡੀ ਕੌਨਸਟੀਚੁਐਂਸੀ ਲਈ। ਇਸੇ ਸ਼ੋਅ ਤੇ ਆਪਾਂ ਇੱਕ ਦਿਨ ਡਿਸਕਸ ਕੀਤਾ ਸੀ, ਲਿਸਟ ਬਣਾ ਲਓ, ਮੈਨੀਫੈਸਟੋ ਪੜ੍ਹੋ। ਲੋਕਾਂ, ਜਦੋਂ ਵੀ ਕੋਈ ਪੋਲੀਟੀਸ਼ੀਅਨ ਆਉਂਦਾ, ਕੋਈ ਵੀ ਗੱਲ ਕਰੇ, ਆਪਾਂ ਤੇ ਆਪਣੀ ਇਲੈਕਸ਼ਨ ਨੂੰ ਇੱਕ ਡਰਾਮਾ ਬਣਾਤਾ ਹੈ। ਬਿਲਕੁਲ। ਸਾਸ ਬਹੂ ਵਾਲਾ ਸ਼ੋਅ, ਕੀ ਚੱਲਦਾ ਪਿਆ, ਕੌਣ ਕਿਸੇ ਨੂੰ ਕੀ ਨਾਮ ਬੁਲਾਉਂਦਾ ਪਿਆ, ਕੌਣ ਕਿਸੇ ਬਾਰੇ ਕੀ ਗੱਲ ਕਰਦਾ ਪਿਆ, ਦੋ ਵੱਡੇ ਲੀਡਰ ਆਪਸ 'ਚ ਲੜਦੇ ਪਏ ਨੇ। ਪੂਰੇ ਪੰਜਾਬ ਤੋਂ ਜ਼ਿਆਦਾ ਇੰਪੋਰਟੈਂਟ ਹੋ ਗਿਆ ਹੈ ਕਿ ਬਈ ਅੰਮ੍ਰਿਤਸਰ ਈਸਟ ਦੇ ਵਿੱਚ ਕੌਣ ਜਿੱਤੇਗਾ। ਵੀ ਆਰ ਨਾਟ ਰਨਿੰਗ ਅ ਸੀਰੀਅਸ ਡੈਮੋਕ੍ਰੇਸੀ। ਇਹ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਮੂਵੀ ਸਟਾਰਸ ਦਾ ਗੌਸਿਪ ਸ਼ੋਅ ਹੋ ਗਿਆ। ਬਿਲਕੁਲ। ਪੰਜਾਬ ਦੇ ਇਲੈਕਸ਼ਨ ਵੱਡੇ ਵੱਡੇ ਸਟਾਰਸ ਦਾ ਗੌਸਿਪ ਸ਼ੋਅ ਬਣ ਗਏ ਨੇ, ਰਦਰ ਦੈਨ ਸੀਰੀਅਸ ਔਨ ਦਿਸ ਡੈਮੋਕ੍ਰੇਸੀ। ਸਾਡੇ ਦੇਸ਼ ਦਾ ਫਿਊਚਰ, ਸਾਡੀ ਸਟੇਟ ਦਾ ਫਿਊਚਰ ਡਿਪੈਂਡ ਕਰਦਾ, ਸਾਡੇ ਯੂਥ ਦਾ ਫਿਊਚਰ ਡਿਪੈਂਡ ਕਰਦਾ। ਪਰ ਆਪਾਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਸਵਾਦ ਲੈ ਰਹੇ ਹੈ ਨਾ। ਸੋ ਇਹ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਨੇ। ਆਪਾਂ ਲੀਡਰ ਸਾਨੂੰ ਡਿਸਟਰੈਕਟ ਕਿਵੇਂ ਕਰਦਾ ਪਿਆ, ਇਹ ਸਾਨੂੰ ਸਮਝਣ ਦੀ ਲੋੜ ਹੈ, ਤੇ ਕਿਹੜੇ ਮੁੱਦੇ ਨੇ ਇਹ ਸਮਝਣ ਦੀ ਲੋੜ ਹੈ। ਬਿਲਕੁਲ ਸਹੀ ਗੱਲ ਹੈ। ਆਈ ਥਿੰਕ ਇਹ ਸਾਈਕਲ ਚੱਲਦਾ ਇੱਕ, ਜਿਹੜਾ ਆਪਾਂ ਪੋਲੀਟੀਸ਼ੀਅਨਸ ਤੇ ਮੀਡੀਆ ਨੂੰ ਰਿਲੇਟ ਕਰ ਸਕਦੇ ਹਾਂ। ਇੱਕੋ ਗੱਲ ਤੇ ਉਹ ਜੇ ਸਟੇਟਮੈਂਟ ਦਿੰਦੇ ਰਹਿਣ, ਮੀਡੀਆ ਉਹਨੂੰ ਚਲਾਉਂਦੀ ਰਹਿੰਦੀ ਹੈ, ਮੀਡੀਆ ਉਹਦੇ ਬਾਰੇ ਆਪਣੀ ਰਿਪੋਰਟਸ ਬਣਾਉਂਦੀ ਰਹਿੰਦੀ ਹੈ, ਉਹੀ ਮੁੱਦਾ ਘੁੰਮਦਾ ਰਹਿੰਦਾ। ਇੱਕ ਨਵਾਂ ਇਸ ਤਰ੍ਹਾਂ ਦੀ ਸਟੇਟਮੈਂਟ ਮਿਲ ਜਾਂਦੀ ਹੈ, ਉਹਨੂੰ ਬਣਾ ਲੈਂਦੇ ਆ। ਜਿਵੇਂ ਤੁਸੀਂ ਨੋਟਿਸ ਕਰੋਗੇ ਬਲਬੀਰ ਸਿੰਘ ਸੀਚੇਵਾਲ, ਹੀ ਇਜ਼ ਅ ਵੈਰੀ ਬਿਗ ਨੇਮ, ਪਰ ਉਹ ਬਾਰ-ਬਾਰ ਕਹਿ ਰਿਹਾ ਕਿ ਮੈਨੀਫੈਸਟੋ 'ਚ ਇਨਵਾਇਰਨਮੈਂਟ ਦਾ ਮੁੱਦਾ ਪਾਓ, ਪਰ ਉਹ ਇੰਨਾ ਵੱਡਾ ਮੁੱਦਾ ਬਣ ਹੀ ਨਹੀਂ ਪਾ ਰਿਹਾ। ਨਾ ਉਹਨੂੰ ਮੀਡੀਆ ਇੰਨਾ ਹਾਈਲਾਈਟ ਕਰ ਰਿਹਾ, ਨਾ ਪੋਲੀਟੀਸ਼ੀਅਨ ਕੋਈ ਬਿਆਨ ਦੇ ਰਿਹਾ। ਜੇ ਕਿਸੇ ਨੇ ਦੇ ਦਿੱਤਾ ਸ਼ਾਇਦ ਉਹ ਵੀ ਬਣ ਜਾਏਗਾ। ਇਸੇ ਕਰਕੇ ਮੈਨੂੰ ਲੱਗਦਾ ਜਦੋਂ ਕੋਈ ਕਿਸੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਫਿਰ ਸਾਰੇ ਮੀਡੀਆ ਹਾਊਸਿਸ ਉਹ ਸਟੇਟਮੈਂਟਸ ਚਲਾਉਣ ਲੱਗ ਜਾਂਦੇ ਆ, ਉਹ ਮੁੱਦਾ ਵੱਡਾ ਬਣ ਜਾਂਦਾ। ਫਿਰ ਕੁਝ ਨਵਾਂ ਆਉਂਦਾ, ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਸੋ ਇਟ ਇਜ਼ ਪ੍ਰੋਬਬਲੀ ਜਸਟ ਬਿਕਮ ਅ ਰੇਸ ਕਿ ਜੋ ਚੀਜ਼ ਪਹਿਲਾਂ ਸਾਨੂੰ ਮਿਲੀ ਅਸੀਂ ਉਹਨੂੰ ਇੰਨਾ ਰਗੜੀਏ ਨਿਊਜ਼ ਚੈਨਲਸ ਤੇ ਵੀ, ਤੇ ਫਿਰ ਹਰ ਪੋਲੀਟੀਸ਼ੀਅਨ ਤੋਂ, ਹਰ ਦੂਜੀ ਪਾਰਟੀ ਤੋਂ ਤੁਸੀਂ ਸਟੇਟਮੈਂਟ ਮੰਗੀਏ, ਸਰ ਤੁਹਾਡਾ ਇੱਥੇ ਕੀ ਰਿਐਕਸ਼ਨ ਹੈ। ਬਿਲਕੁਲ। ਤੇ ਉਹ ਘੁੰਮਦਾ ਰਹਿੰਦਾ ਤੇ ਵੱਧਦਾ ਰਹਿੰਦਾ। ਬਿਲਕੁਲ। ਆਈ ਥਿੰਕ ਜਿਹੜੇ ਇੰਪੋਰਟੈਂਟ ਸਾਡੇ ਦੇਸ਼ ਲਈ ਇੰਪੋਰਟੈਂਟ ਮੁੱਦੇ ਨੇ, ਸਾਡੀ ਸਟੇਟ ਲਈ ਇੰਪੋਰਟੈਂਟ ਮੁੱਦੇ ਨੇ,
ਐਂਡ 'ਚ ਸਾਨੂੰ ਜਾ ਕੇ ਪੁੱਛਣੇ ਚਾਹੀਦੇ ਆ। ਜੇ ਮੈਂ ਪੰਜਾਬ ਟੁਡੇ ਦੀ ਗੱਲ ਕਰਾਂ, ਆਪਾਂ ਜਦੋਂ ਵੀ ਕਿਸੇ ਲੀਡਰ ਦੀ ਇੰਟਰਵਿਊ ਲਿੱਤੀ ਹੈ, ਅਸੀਂ ਉਹਨਾਂ ਨੂੰ ਕਿਹਾ ਕਿ ਆਪਾਂ ਇਹ ਗੱਲਾਂ ਨਹੀਂ ਕਰਨੀਆਂ, ਸਾਨੂੰ ਤੁਸੀਂ ਕਲੀਅਰ ਕਟ ਪਲਾਨ ਦੱਸੋ ਕਿ ਤੁਹਾਡਾ ਸਪੈਸੀਫਿਕ ਪਲਾਨ ਕੀ ਆ। ਤੇ ਚੰਗੇ ਲੀਡਰਾਂ ਨੇ ਦੱਸਿਆ ਕਿ ਦਿਸ ਇਜ਼ ਦੀ ਪਲਾਨ ਫॉर ਦੀ ਗਰੋਥ ਆਫ ਪੰਜਾਬ। ਸਾਨੂੰ ਕੀ ਲੈਣਾ ਦੇਣਾ ਹੈ ਕਿ ਬਈ ਉਹ ਬੰਦਾ ਖਰਾਬ ਹੈ ਜਾਂ ਚੰਗਾ ਹੈ। ਜਿਹੜਾ ਚੰਗਾ ਅਸੀਂ ਉਹਨੂੰ, ਆਪਾਂ ਕਿਸੇ ਦੇ ਪਰਸਨਲ ਕਮੈਂਟਸ ਦਾ ਸਾਡਾ ਇੰਟਰਸਟ ਹੀ ਨਹੀਂ ਹੈ। ਜੇ ਉਹਨੇ ਕਿ ਉਹਦਾ ਮਜ਼ਾਕ ਉਡਾਇਆ, ਉਹਨੇ ਕਿਹਾ ਕਿ ਮੈਂ ਤੁੰਨ ਦਾਂਗਾ, ਉਹਨੇ ਕਿਹਾ ਜੀ ਮੈਂ ਚੱਕ ਦਾਂਗਾ, ਮੈਂ ਤੁਹਾਨੂੰ ਦੜਾਊਂਗਾ, ਹੁਣ ਉੱਥੇ ਵੀ ਨਹੀਂ, ਮੈਂ ਤਾਂ ਪਿੱਛੇ ਪਿੱਛੇ ਉੱਥੇ ਵੀ ਆਊਂਗਾ। ਇਹ ਸਾਰੀਆਂ ਸਟੇਟਮੈਂਟਸ ਇਹ ਸਾਡੀਆਂ ਚੀਜ਼ਾਂ ਨਾ, ਸਾਨੂੰ ਇਹ ਚਸਕਾ ਲੱਗ ਜਾਂਦਾ ਲੋਕਾਂ ਨੂੰ। ਇਟਸ ਲਾਈਕ ਗੌਸਿਪ। ਇਹ ਤੋਂ ਸਾਨੂੰ ਵੀ ਬਚਣਾ ਚਾਹੀਦਾ। ਮੀਡੀਆ ਦੀ ਤੇ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਲੋਕਾਂ ਨੂੰ, ਬਿਕਾਜ਼ ਇਟ ਇਜ਼ ਵੈਰੀ ਈਜ਼ੀ ਟੂ ਗੈਟ ਡਿਸਟਰੈਕਟਡ ਯਾਰ। ਲੋਕੀ ਵੀ ਕੀ ਕਰਨ, ਕਿੱਥੋਂ ਫਿਰ ਖਬਰ ਲੈਣ, ਹੁਣ ਇਨਵੈਸਟੀਗੇਸ਼ਨ ਕਰਨ ਆਪ ਤਾਂ ਚਲੇ ਜਾਣਗੇ। ਬਟ ਸਵਾਲ ਸਹੀ ਪੁੱਛੋ। ਪਬਲਿਕ ਬਹੁਤ ਵੱਡੀ ਫੋਰਸ ਹੈ। ਜੇ ਅਸੀਂ ਸਹੀ ਸਵਾਲਾਂ ਤੇ ਰਹੀਏ ਜੀ, ਸਾਡੇ ਸਕੂਲ ਕਿਉਂ ਨਹੀਂ ਵਧੀਆ ਨੇ, ਸਾਡੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਕਿਉਂ ਨਹੀਂ ਮਿਲਦੀ ਪਈ ਹੈ, ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲ ਦਾ ਵੀਡੀਓ ਕਲਿੱਪ ਹਰ ਬੰਦੇ ਦੇ ਹੱਥ ਪਹੁੰਚਾ ਦਿਓ ਕਿ ਵੀ ਇਹ ਤੁਹਾਡੇ ਇਲਾਕੇ ਦਾ, ਤੁਸੀਂ 5 ਸਾਲ MLA ਰਹੇ ਹੋ, ਇਹ ਤੁਹਾਡੇ ਇਲਾਕੇ ਦੇ ਹਸਪਤਾਲ ਦੀ ਸ਼ਕਲ ਹੈ, ਦੱਸੋ ਇਹ ਇਨਸੀਡੈਂਟ ਹੋਏ ਨੇ, ਇੰਨੇ ਲੋਕੀ ਟ੍ਰੀਟ ਹੋਏ ਨੇ, ਇਹ ਚੀਜ਼ ਨਹੀਂ ਮਿਲਦੀ। ਸਾਨੂੰ ਵੀ ਇੱਕ ਇਨਵੈਸਟੀਗੇਟਿਵ ਫੋਰਸ ਬਣਨਾ ਚਾਹੀਦਾ, ਇੱਕ ਮੀਡੀਆ ਨੂੰ ਵੀ, ਤਾਂ ਲੋਕਾਂ ਨੂੰ ਵੀ ਇਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਕਿ ਇਹ ਹਾਲਤ ਹੈ, ਇਹ ਪੜ੍ਹਾਈ ਹੁੰਦੀ ਪਈ ਹੈ ਤੁਹਾਡੇ ਸਕੂਲਾਂ 'ਚ। ਬਿਲਕੁਲ, ਕਈ ਵੀਡੀਓਜ਼ ਇਹੋ ਜਿਹੀਆਂ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ, ਸ਼ਾਇਦ ਨਹੀਂ ਵਾਇਰਲ ਨਹੀਂ ਹੁੰਦੀਆਂ, ਪਰ ਕਦੀ ਕਦੀ ਦੇਖਣ ਨੂੰ ਮਿਲ ਜਾਂਦੇ। ਕਿਸੇ ਦੇ ਇਲਾਕੇ 'ਚ ਕੋਈ ਵੋਟ ਮੰਗਣ ਆਇਆ ਤੇ ਉਹਨੇ ਬਹੁਤ ਹੀ ਤਿੱਖੇ ਉਹਨੂੰ ਸਵਾਲ ਪੁੱਛੇ, ਤੇ ਉਸ ਤਰ੍ਹਾਂ ਦੀ ਵੀਡੀਓਜ਼ ਚੱਲਦੀਆਂ ਨੇ। ਸ਼ਾਇਦ ਇਹ ਇੱਕ ਜਾਗਰੂਕਤਾ ਲੋਕਾਂ 'ਚ ਆ ਵੀ ਰਹੀ ਹੈ। ਬਟ ਇਹ ਦੱਸਾਂ ਕਿਉਂ ਚੱਲਦੀਆਂ ਨੇ? ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਨੇਤਾ ਸਾਨੂੰ ਬੇਵਕੂਫ ਬਣਾਉਂਦੇ ਪਏ, ਇਹਨਾਂ ਤੋਂ ਅਸੀਂ ਕੰਮ ਲੈਣਾ ਹੈ। ਕੁਝ ਬਹਾਦਰ ਵਿਰਲੇ ਲੋਕੀ ਇਹ ਸਵਾਲ ਪੁੱਛ ਲੈਂਦੇ ਨੇ, ਤੇ ਜਨਤਾ ਉਦੋਂ ਵੀ ਉਹਨੂੰ ਕਾਪੀ ਕਰਨ ਦੀ ਬਜਾਏ ਬਸ ਉਹਦਾ ਸਵਾਲ ਲੈਂਦੀ, ਵੇਖੋ ਜੀ ਇੰਬੈਰਸ ਕਰਤਾ ਨੇਤਾ ਨੂੰ, ਹੈ ਨਾ। ਪਰ ਅਸਲ 'ਚ ਪੁਆਇੰਟ ਕੀ ਆ, ਉਹ 'ਚ ਲੈਸਨ ਕੀ ਲੈਣ ਵਾਲਾ ਕਿ ਇਹ ਸਵਾਲ ਅਸੀਂ ਵੀ ਪੁੱਛੀਏ। ਕੋਈ ਸਾਡੇ ਸਾਹਮਣੇ ਆਵੇ, ਅਸੀਂ ਇਹ ਕਹਿੰਦੇ ਆ ਜੀ ਫੋਟੋ ਖਿਚਾ ਲਾ, ਉਹਨੇ ਸਾਡੇ ਗੱਲ ਹਾਰ ਪਾਤਾ, ਅਸੀਂ ਇਹਨਾਂ ਚੀਜ਼ਾਂ 'ਚ ਖੁਸ਼ ਹੋ ਜਾਂਦੇ ਪਏ। ਬਿਲਕੁਲ, ਹੈ ਨਾ। ਤਾਂ ਸਾਨੂੰ ਨੇਤਾਵਾਂ ਦੀ ਵੱਡੀ ਪਰਸਨੈਲਿਟੀ ਦੇ ਇੰਪ੍ਰੈਸ਼ਨ 'ਚ ਆ ਕੇ ਆਪਣਾ ਨੁਕਸਾਨ ਨਹੀਂ ਕਰਨਾ, ਉਹ ਅਸੀਂ ਕਰਦੇ ਆ ਰਹੇ ਹਾਂ। ਇਸੇ ਕਰਕੇ ਵੀ ਸ਼ੁੱਡ ਪਹਿਲਾਂ ਆਪਾਂ ਅਵੇਅਰ ਹੋਏ ਕਿ ਸਾਡੇ ਲਈ ਇਹ ਮੁੱਦੇ ਨੇ ਯਾਰ, ਸਾਡੀ ਜਨਤਾ ਡਰੱਗਸ ਦਾ ਸਾਡੇ 'ਤੇ ਕੀ ਅਸਰ ਹੈ, ਸਾਨੂੰ ਪਤਾ ਹੋਣਾ ਚਾਹੀਦਾ। ਮੈਨੂੰ ਪਤਾ ਹੋਏਗਾ ਤੇ ਮੈਂ ਵਰੀਡ ਹੋਊਂਗਾ ਨਾ। ਮੈਨੂੰ ਲੱਗਦਾ ਜੀ ਉਹਨਾਂ ਦਾ ਕਿਸੇ ਦਾ ਬੱਚਾ ਡਰੱਗ ਲੈਂਦਾ ਪਿਆ, ਮੈਨੂੰ ਕੀ ਲੈਣਾ ਦੇਣਾ, ਹੈ ਨਾ। ਕੋਈ ਖੋਖਾ ਹੋ ਜਾਏਗੀ ਜੇ ਡਰੱਗ ਵਾਲੇ ਕਰਦੇ ਨੇ, ਵੀ ਹੈਵ ਅਸੈਪਟਡ ਇਟ ਇਜ਼ ਨੋਰਮਲ, ਠੀਕ ਹੈ ਨਾ। ਪੜ੍ਹਾਈ ਨਹੀਂ ਹੋ ਰਹੀ ਵਧੀਆ ਸਰਕਾਰੀ ਸਕੂਲਾਂ 'ਚ, ਕੋਈ ਗੱਲ ਨਹੀਂ, ਮੈਂ ਆਪਣੇ ਬੱਚੇ ਨੂੰ ਦੂਜੇ ਸਕੂਲ ਪਾ ਦੂੰਗਾ, ਪ੍ਰਾਈਵੇਟ ਸਕੂਲ ਪਾ ਦੂੰਗਾ। ਹੁਣ ਕਿਸੇ ਨੇ ਨਹੀਂ ਪੁੱਛਿਆ ਜੀ ਲੋਕਡਾਊਨ ਦੇ ਵਿੱਚ ਸਕੂਲ ਨਹੀਂ ਖੁੱਲ੍ਹਣ ਦਿੱਤੇ, ਠੇਕੇ ਸਭ ਤੋਂ ਪਹਿਲਾਂ ਖੁੱਲ੍ਹ ਗਏ। ਇਹ ਸਾਰੀਆਂ ਸਵਾਲ ਪੁੱਛਣ ਦੀ ਲੋੜ ਹੈ ਕਿ ਕੀ ਪੰਜਾਬ ਨੂੰ ਪੜ੍ਹਾਈ ਜ਼ਿਆਦਾ ਜ਼ਰੂਰੀ ਹੈ ਕਿ ਠੇਕੇ ਜ਼ਿਆਦਾ ਜ਼ਰੂਰੀ ਨੇ, ਸਾਡੇ ਰੈਵਨਿਊ ਸੋਰਸਿਸ ਕੀ ਨੇ। ਹਰ ਮਿਨਿਸਟਰ ਦੇ ਉੱਤੇ ਇਲਜ਼ਾਮ ਲੱਗਦਾ ਪਿਆ ਕਿ ਉਹ ਮਾਫੀਆ ਦਾ ਪਾਰਟ ਹੈ, ਰੇਤ ਮਾਫੀਆ, ਇੱਟ ਮਾਫੀਆ, ਇਹ ਸਾਰੀਆਂ ਚੀਜ਼ਾਂ ਦਾ ਪਾਰਟ ਨੇ। ਇਹਦੇ ਨਾਲ ਵੇਖੋ ਆਮ ਆਦਮੀ ਜਿਹਨੇ ਘਰ ਬਣਾਉਣੇ ਨੇ, ਖਰਚਾ ਤਾਂ ਸਾਨੂੰ ਪੈ ਰਿਹਾ, ਅਸੀਂ ਇਹਨੂੰ ਆਪਣੀ ਮਜਬੂਰੀ ਸਮਝ ਕੇ ਇਹ। ਅਦਰਵਾਈਜ਼ ਜੇ ਤੁਸੀਂ ਮਾਰਕੀਟ ਫੋਰਸਿਸ ਦੇ ਹਿਸਾਬ ਨਾਲ ਵੇਖੋ, ਜੇ ਕੰਪੇਅਰ ਕਰੋ, ਜੇ ਤੁਸੀਂ ਰੇਟ ਜੋ ਸਾਡੇ ਇੱਥੇ ਮਿਲਦਾ ਜਾਂ ਵਿਜ਼ਾ-ਵਿਜ਼ ਬਾਕੀ ਸਟੇਟਸ ਨਾਲ ਕੰਪੇਅਰ ਕਰੋ, ਅਸੀਂ ਕਿਉਂ ਪ੍ਰੀਮੀਅਮ ਦਿੰਦੇ ਪਏ ਹਾਂ। ਕੁਝ ਲੋਕਾਂ ਦਾ, ਕੁਝ ਨੇਤਾਵਾਂ ਦਾ ਹਿੱਸਾ ਹੋਏਗਾ, ਉਹਨਾਂ ਦੀ ਸਪੋਰਟ ਹੋਏਗੀ, ਨਹੀਂ ਤੇ ਜੇ ਮਾਰਕੀਟ ਫੋਰਸਿਸ ਹੋਣ ਉਹ ਆਪਣੇ ਆਪ ਰੇਟ ਸਹੀ ਹੋ ਜਾਏਗਾ, ਕੰਪੈਰੀਟਿਵ ਹੋਏਗਾ। ਪਰ ਤੁਹਾਡਾ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਦੋਂ ਕੋਈ ਮੁੱਦਾ ਆਂਦਾ ਵੀ ਹੈ, ਅਸੀਂ ਮੁੱਦੇ ਦੀ ਕੋਰ ਜੋ ਸਾਨੂੰ ਕਿਵੇਂ ਅਫੈਕਟ ਕਰਦਾ ਉਹ ਨਹੀਂ ਦੇਖਦੇ। ਈਵਨ ਜੇ ਸੈਂਡ ਮਾਈਨਿੰਗ ਦਾ ਮੁੱਦਾ, ਅਸੀਂ ਇਹ ਦੇਖ ਲਿਆ, ਅੱਛਾ ਚੰਨੀ ਦਾ ਨਾਮ ਆ ਗਿਆ, ਉਹਦਾ ਰਿਸ਼ਤੇਦਾਰ ਆ ਗਿਆ ਜਾਂ ਵਾਟਐਵਰ, ਕਿਹੜਾ ਪੋਲੀਟੀਸ਼ੀਅਨ ਇਨਵੋਲਵਡ ਹੈ, ਅਸੀਂ ਇਹ ਨਹੀਂ ਦੇਖਦੇ ਕਿ ਸਾਨੂੰ ਉਹ ਸੈਂਡ ਮਾਈਨਿੰਗ ਕਿਵੇਂ ਇੰਪੈਕਟ ਕਰਦੀ ਹੈ, ਸਾਡੇ ਲਈ ਰੇਤਾ ਮਹਿੰਗਾ ਹੋ ਰਿਹਾ। ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ। ਅਨਫੋਰਚੂਨੇਟ ਪਾਰਟ ਦੱਸਿਆ ਕੀ ਹੈ, ਇਸ ਤੋਂ ਵੀ ਜ਼ਿਆਦਾ ਅਨਫੋਰਚੂਨੇਟ ਪਾਰਟ ਕੀ ਹੈ, ਸਾਨੂੰ ਲੱਗਦਾ ਨੇਤਾ ਤੇ ਇਹੋ ਹੀ ਕਰਦੇ ਆ, ਉਹ ਤਾਂ ਬਣੇ ਹੀ ਨੇਤਾ ਇਸੇ ਲਈ ਹੈ ਨਾ। ਜੇ ਕੋਈ ਇਹ ਸਾਡਾ ਮਾਈਂਡਸੈਟ ਬਣ ਗਿਆ ਕਿ ਬਈ ਇਹਨਾਂ ਨੇ ਤਾਂ ਇਹੋ ਹੀ ਕਰਨਾ, ਦੇਸ਼ ਇਸ ਤਰ੍ਹਾਂ ਹੀ ਚੱਲੀ ਜਾਣਾ, ਪਰ ਦੇਸ਼ ਇਸ ਤਰ੍ਹਾਂ ਨਹੀਂ ਚੱਲੀ ਜਾਣਾ। ਜਿਹੜੀ ਰੋਜ਼ ਦੀ ਛੋਟੀ ਡਿਗਰੇਡੇਸ਼ਨ ਸਾਡੀ ਸੋਸਾਇਟੀ 'ਚ ਆ ਰਹੀ ਹੈ ਨਾ, ਇਹਦਾ ਜਿਹੜਾ ਵੱਡਾ ਅਰਾਜਕਤਾ ਵਾਲਾ ਇੰਪੈਕਟ ਅਚਾਨਕ ਆ ਜਾਣਾ। ਕੁਝ ਫਰਕ ਤਾਂ ਆ ਹੀ ਗਿਆ, ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਹੁਣ ਕੋਈ ਨਹੀਂ। ਸਾਡੇ ਬੱਚਿਆਂ ਦੀ ਹੈਲਥ, ਪੰਜਾਬ 'ਚ ਬਿਮਾਰੀਆਂ, ਕੈਂਸਰ ਟ੍ਰੇਨ ਚੱਲਦੀ ਹੈ, ਸਾਡੇ ਬੱਚੇ ਕਿੰਨੇ ਐਲਰਜਿਕ ਹੋ ਰਹੇ ਨੇ। ਹੈਲਥ ਸਰਵੇ ਵੇਖੋ ਤੁਸੀਂ ਪੰਜਾਬ ਦੇ ਬੱਚਿਆਂ ਦੀ ਹੈਲਥ ਨੂੰ ਲੈ ਕੇ, ਓਬੀਸਿਟੀ ਨੂੰ ਲੈ ਕੇ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਵੇਖੋ, ਰਾਈਟ। ਯੂ ਕੈਨ ਇਮੈਜਿਨ ਕਿ ਬਈ ਇਹ ਸਾਰੀਆਂ ਚੀਜ਼ਾਂ ਕਿਵੇਂ ਇੰਪੈਕਟ ਕਰਦੀ ਪਈ। ਕੋਈ ਸਵਾਲ ਨਹੀਂ ਪੁੱਛਦਾ ਪਿਆ ਕਿ ਬਈ ਸਾਡੇ ਖਾਣੇ ਦੇ ਵਿੱਚ ਯੂਰੀਆ, ਪੈਸਟੀਸਾਈਡ ਕਿੰਨਾ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਆਪਾਂ ਸੋਚਦੇ ਨਹੀਂ ਪਏ ਇਹਦੇ ਬਾਰੇ। ਬਿਲਕੁਲ ਸਹੀ ਗੱਲ ਹੈ। ਉਹੀ ਗੱਲ ਕਿ ਜੋ ਮੁੱਦਾ ਹੈ, ਅਸੀਂ ਮੁੱਦੇ ਦੀ ਪੋਲੀਟੀਸਾਈਜੇਸ਼ਨ ਦੇਖ ਲੈਂਦੇ, ਉਹਦੇ
ਆਸ-ਪਾਸ ਦਾ ਡਰਾਮਾ ਦੇਖ ਲੈਂਦੇ ਆ ਤੇ ਉਹਨੂੰ ਸ਼ਾਇਦ ਅਸੀਂ ਵੀ ਸਾਡੇ ਸਟੇਟਸ ਜਾਂ ਸਾਡੀ ਪੋਸਟ ਵਿੱਚ ਵੀ ਇਹੀ ਆਂਦਾ ਰਹਿੰਦਾ ਹੈ, ਲੇਕਿਨ ਸਾਨੂੰ ਉਹ ਕਿਸ ਤਰ੍ਹਾਂ ਇੰਪੈਕਟ ਕਰਦਾ ਉਹ ਨਹੀਂ ਆਂਦਾ। ਤੇ ਉਹੀ ਗੱਲ ਹੈ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਸਾਨੂੰ ਆਪਣੀ ਜੇ ਅਵੇਅਰਨੈਸ ਹੋਏਗੀ ਤਾਂ ਸ਼ਾਇਦ ਅਸੀਂ ਉਹ ਸਵਾਲ ਵੀ ਪੁੱਛ ਸਕਾਂਗੇ ਤੇ ਡਿਮਾਂਡ ਕਰ ਸਕਾਂਗੇ। ਤੇ ਮੈਨੂੰ ਲੱਗਦਾ ਮੈਨੀਫੈਸਟੋ ਸਾਡੇ ਚੋਂ ਵੀ ਪੜ੍ਹਦਾ ਹੀ ਨਹੀਂ। ਮੈਨੀਫੈਸਟੋ ਪੜ੍ਹ ਲਈਏ ਉਹ 'ਚ ਮਿਸਿੰਗ ਕੀ ਹੈ ਤੇ ਉਹਦੇ 'ਚ ਕਿਹੜੀ ਚੀਜ਼ ਦੀ ਇੰਪਲੀਮੈਂਟੇਸ਼ਨ ਹੈ, ਜੇ ਅਸੀਂ ਉਹੀ ਦੇਖਣ ਲੱਗ ਜੇ ਮੈਨੂੰ ਲੱਗਦਾ ਉਹੀ ਬੜਾ ਅੱਛਾ ਸਟਾਰਟਿੰਗ ਪੁਆਇੰਟ ਹੋਏਗਾ। ਬਿਲਕੁਲ, ਇਹ ਚੀਜ਼ਾਂ ਤਾਂ ਹੈਗੀ। ਅਸੀਂ ਇਹਦੇ ਨਾਲ ਸਾਡੀ ਆਪਾਂ ਵੀ ਅਵੇਅਰ ਹੋਵਾਂਗੇ, ਅਸੀਂ ਪਾਵਰਫੁਲ ਹੋਵਾਂਗੇ, ਨੇਤਾ ਦਾ ਤੁਹਾਡੇ ਉੱਤੇ ਦਬਾਅ ਘੱਟ ਹੋਏਗਾ। ਜੋ ਤੁਸੀਂ ਅਵੇਅਰ ਹੋਗੇ ਨਾ, ਜੇ ਤੁਹਾਨੂੰ ਮੈਨੀਫੈਸਟੋ ਪਤਾ ਹੈ, ਸਿਰਫ ਇਲੈਕਸ਼ਨ ਦੇ ਟਾਈਮ, ਇਲੈਕਸ਼ਨ ਤੋਂ ਬਾਅਦ ਤੁਸੀਂ ਪੁੱਛੋਗੇ ਤੁਸੀਂ ਤਾਂ ਇਹ ਗੱਲ ਕਹੀ ਸੀ ਜੀ, ਆਪਾਂ ਇਹਦੇ ਬਾਰੇ ਡਿਸਕਸ਼ਨ ਕੀਤੀ ਤੁਹਾਡੇ ਨਾਲ, ਹੁਣ ਉਹਦਾ ਹੋਇਆ ਕੀ ਆ। ਇਟ ਮੇਕਸ ਯੂ ਪਾਵਰਫੁਲ। ਇਹ ਇਸ ਚੀਜ਼ ਦਾ ਐਡਵਾਂਟੇਜ ਹੈ। ਬਿਲਕੁਲ, ਅਸੀਂ ਜ਼ਿਆਦਾਤਰ ਸਾਡੇ ਜੇ ਸਵਾਲ ਜੇ ਅਸੀਂ ਜਿਹੜੇ ਆਪਾਂ ਕਹਿੰਦੇ ਜਿਹੜਾ ਵਿਰਲਾ ਸਵਾਲ ਵੀ ਕਰਦਾ ਉਹ ਪੁੱਛ ਲੈ ਤੁਸੀਂ 5 ਸਾਲਾਂ 'ਚ ਕੀਤਾ ਕੀ ਹੈ, ਅਸੀਂ ਮੀਡੀਆ ਹਾਊਸਿਸ ਵਾਲੇ ਵੀ ਪੁੱਛ ਲੈਂਦੇ ਹਾਂ, ਉਹ ਦੱਸ ਦਿੰਦੇ ਜੀ ਮੈਂ ਪਾਰਕ ਬਣਾਇਆ, ਮੈਂ ਇਹ ਕੀਤਾ। ਪਰ ਜੇ ਅਸੀਂ ਸਹੀ ਸਵਾਲ ਪੁੱਛਾਂਗੇ ਕਿ ਤੁਸੀਂ ਤਾਂ ਇਹ ਗੱਲ ਕਹੀ ਸੀ, ਇਹ ਕਿਉਂ ਨਹੀਂ ਹੋਈ, ਨਾਲੇ ਕੁਆਂਟੀਫਾਈ ਕਰਨਾ ਉਹਨੂੰ, ਹੈ ਨਾ, ਕਿ ਕੁਛ ਨਾ ਕੁਛ ਕੰਮ ਤੇ ਹੁੰਦਾ ਹੀ ਪਿਆ, ਹੈ ਨਾ। ਹਰ ਰੋਜ਼ ਕਿਤੇ ਨਾ ਕਿਤੇ ਫੀਤਾ ਕੱਟਣ ਜਾਂਦੇ ਪਏ ਆ, ਉਹ ਕੰਪਲੀਟ ਕਿੰਨਾ ਹੋਇਆ, ਕਿੰਨੇ ਬਜਟ 'ਚ ਹੋਇਆ, ਸਾਰਾ ਕੁਝ ਨਹੀਂ ਹੋਇਆ। ਇਹ ਸਾਰੀ ਇਨਫੋਰਮੇਸ਼ਨ ਆਪਾਂ ਲੈ ਸਕਦੇ ਹਾਂ ਤੇ ਇਹ ਸਾਡੇ ਸਵਾਲ ਹੋਣੇ ਚਾਹੀਦੇ ਆ। ਮੈਂ ਜੇ ਲੈਟਸ ਸੇ ਕਿ ਮੈਂ ਐਜੂਕੇਸ਼ਨ ਮਿਨਿਸਟਰ ਹਾਂ, ਮੇਰੇ ਟਾਈਮ 'ਚ ਮੇਰੇ ਕਾਲਜਸ ਕਿੰਨੇ, ਮੇਰੇ ਸਟੇਟ ਦੇ ਕਾਲਜ NIRF ਰੈਂਕਿੰਗ 'ਚ ਉੱਤੇ ਗਏ, ਕਿੰਨੇ ਬੱਚੇ IAS ਅਫਸਰ IPS ਅਫਸਰ ਬਣ ਪਾਏ। ਚਲੋ ਇਹ ਬੜੀਆਂ ਲਿਮਿਟਡ ਸੀਟ ਹੁੰਦੀਆਂ। ਕਿੰਨੇ ਲੋਕਾਂ ਦੇ ਪੈਕੇਜ 5 ਲੱਖ ਤੋਂ ਉੱਤੇ ਲੱਗੇ। ਇਹ ਸਪੈਸੀਫਿਕ ਸਵਾਲ ਨੇ ਨਾ, ਕਿ ਮੈਂ ਸਰਕਾਰੀ ਕਾਲਜਾਂ ਦਾ ਜਦੋਂ ਦਾ ਜਾਂ ਇੰਜੀਨੀਅਰਿੰਗ ਦਾ ਜਾਂ ਸਾਡੀ ਟੈਕਨੀਕਲ ਯੂਨੀਵਰਸਿਟੀ ਦਾ ਇੰਚਾਰਜ ਬਣਿਆ, ਉਸ ਤੋਂ ਬਾਅਦ ਮੈਂ ਇਹ ਡਿਫਰੈਂਸ ਲਿਆਂਦਾ। ਬਿਲਕੁਲ, ਹੈ ਨਾ। ਆਈ ਵਾਸ਼ ਤੇ ਜਨਤਾ ਨੂੰ ਕੋਈ ਪਰਵਾਹ ਹੀ ਨਹੀਂ ਪਈ ਹੈ, ਉਹਨਾਂ ਨੂੰ ਲੱਗਦਾ ਚੱਲੀ ਜਾਏਗਾ। ਪਰ ਇੱਕ ਬੁੱਕ ਪੜ੍ਹੀ ਸੀ ਮੈਂ, ਹੂ ਮੂਵਡ ਮਾਈ ਚੀਜ਼, ਹਾਂਜੀ, ਹੈ ਨਾ। ਐਂਡ ਵਿੱਚ ਕੀ ਹੁੰਦਾ ਹੈ ਕਿ ਅਚਾਨਕ ਤੁਹਾਨੂੰ ਲੱਗਦਾ ਕਿ ਐਵਰੀਥਿੰਗ ਇਜ਼ ਓਵਰ। ਬਿਲਕੁਲ, ਸਾਡਾ ਪੰਜਾਬ ਵੀ ਉਸ ਪਾਸੇ ਨਾ ਵੱਧਦਾ ਹੋਵੇ। ਅਸੀਂ ਪੁਰਾਣੇ ਪਾਸ ਸਾਡੇ ਵੱਡਿਆਂ ਦੇ ਕੀਤੇ ਖਾਣੇ ਪਏ ਹਾਂ, ਅਸੀਂ ਆਪਣੀਆਂ ਜ਼ਮੀਨਾਂ ਵੇਚੀ ਜਾਂਦੇ ਪਏ, ਆਪਣੀ ਰੇਤ ਕੱਢੀ ਜਾਂਦੇ ਪਏ, ਹੈ ਨਾ, ਉਹਨਾਂ ਦੇ ਕੀਤੇ ਖਾਣੇ ਪਏ। ਸਹੀ ਗੱਲ ਹੈ। ਮੈਨੂੰ ਲੱਗਦਾ ਇਹਦੇ 'ਚ ਐਗਜ਼ਾਮਪਲ ਬੜਾ ਅੱਛਾ ਇਹ ਸੀਗਾ ਕਿ ਪੋਲੀਟੀਸ਼ੀਅਨਸ ਨੇ ਜੋ ਹਾਈਲਾਈਟ ਕਰਨਾ ਉਹੀ ਹੋਏਗਾ। ਪੰਜਾਬ 2018-19 'ਚ ਅਵਲ ਨੰਬਰ 'ਤੇ ਹੈ ਸਕੂਲ ਐਜੂਕੇਸ਼ਨ 'ਚ, ਬਹੁਤ ਅੱਛੀ ਗੱਲ ਹੈ, ਬਹੁਤ ਮੁਬਾਰਕ ਵਾਲੀ ਗੱਲ ਹੈ। ਪਰ ਉਸ ਤੋਂ ਪਹਿਲਾਂ ਕੀ ਸੀਗਾ ਜਾਂ ਉਸ ਤੋਂ ਬਾਅਦ ਕੀ ਹੋਇਆ, ਨਾ ਉਹ ਦਿਖਾਉਂਦੇ ਨੇ ਕਿਉਂਕਿ ਉਹ ਦਿਖਾਉਣਾ ਚਾਹੁੰਦੇ ਨਹੀਂ, ਤੇ ਨਾ ਅਸੀਂ ਉਹ ਕੁਐਸਚਨ ਕਰਦੇ ਹਾਂ। ਅਸੀਂ ਸਿੰਪਲੀ ਜਿਵੇਂ ਤੁਸੀਂ ਕਹਿ ਰਹੇ ਸੀ ਉਹੀ ਸੋਚਿਆ, ਜੇ ਨਹੀਂ ਸਰਕਾਰੀ 'ਚ ਪਾ ਸਕਦੇ ਪ੍ਰਾਈਵੇਟ 'ਚ ਪਾ ਲਾਂਗੇ। ਦੋਜ਼ ਹੂ ਕੈਨ ਅਫੋਰਡ, ਜਿਹੜੇ ਨਹੀਂ ਅਫੋਰਡ ਕਰਦੇ ਉਹ ਸਰਕਾਰੀ 'ਚ ਹੀ ਰੋਲਣਗੇ। ਤੇ ਕਈ ਸਕੂਲ ਸਮਾਰਟ ਸਕੂਲ ਨੇ, ਆਦਰਸ਼ ਸਕੂਲ ਨੇ, ਪਰ ਜਿੱਥੇ ਤੁਹਾਡੇ ਬੱਚੇ ਪੜ੍ਹ ਸਕਦੇ ਨੇ ਤੁਹਾਡੇ ਪਿੰਡਾਂ 'ਚ, ਉਹ ਕਿਉਂ ਨਹੀਂ ਹੈ? ਅਸੀਂ ਕਿਉਂ ਨਹੀਂ ਉਹ ਸਵਾਲ ਪੁੱਛ ਰਹੇ? ਬਿਲਕੁਲ। ਤੇ ਇਸੇ ਤਰ੍ਹਾਂ ਬਹੁਤ ਸਾਰੇ ਡਿਸਪੈਂਸਰੀਜ਼ ਅੱਛੀਆਂ ਵੀ ਹੋਣਗੀਆਂ ਤੇ ਬਾਅਦ 'ਚ ਪਤਾ ਲੱਗਦਾ ਜੇ ਤਾਂ ਪੰਚਾਇਤ ਦੇ ਹੀ ਪੈਸੇ ਸੀ। ਅਸੀਂ ਸਰਕਾਰਾਂ ਨੂੰ ਸਵਾਲ ਕਿਉਂ ਨਹੀਂ ਕਰਦੇ? ਤਾਂ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ। ਤੁਸੀਂ ਆਸ-ਪਾਸ ਦੀਆਂ ਸਟੇਟ ਨਾਲ ਕੰਪੇਅਰ ਕਰ ਲਓ ਸਾਡੇ ਹਸਪਤਾਲਾਂ ਦੀ ਹਾਲਤ, ਸਾਡੀ ਡਿਸਪੈਂਸਰੀ ਦੀ ਹਾਲਤ, ਤੁਹਾਨੂੰ ਪਤਾ ਚੱਲ ਜਾਏਗਾ ਕਿ ਪੰਜਾਬ 'ਚ ਕੀ ਹੋ ਰਿਹਾ ਤੇ ਆਸ-ਪਾਸ ਦੀਆਂ ਸਟੇਟਸ ਕਿੰਨੀਆਂ ਅੱਗੇ ਨਿਕਲਦੀ ਜਾ ਰਹੀਆਂ। ਫਰਕ ਗਵਰਨੈਂਸ ਦਾ ਹੈ, ਫਰਕ ਕਰਪਸ਼ਨ ਦਾ ਹੈ। ਜਦੋਂ ਕਰਪਸ਼ਨ ਤੇ ਨਸ਼ਾ ਸਾਡੇ ਖੂਨ 'ਚ ਵੜ ਗਿਆ ਹੈ, ਠੀਕ ਹੈ, ਆਪਾਂ ਤੇ ਫਿਰ ਹਰ ਚੀਜ਼ ਦੇ ਵਿੱਚ ਹੀ ਆਪਣਾ ਹੀ ਫਾਇਦਾ ਸੋਚਣਾ ਹੈ। ਬਿਲਕੁਲ, ਆਪਾਂ ਲੋਕਾਂ ਦੇ ਲਈ ਤੇ ਸਾਡਾ ਦਰਦ ਹੀ ਖਤਮ। ਇਹ ਪ੍ਰੋਬਲਮ ਹੋ ਰਹੀ ਹੈ। ਅਸੀਂ ਕੁਝ ਵੀ ਕਰਨ ਨੂੰ ਤਿਆਰ ਹੈ, ਅਸੀਂ ਐਂਟੀ ਨੈਸ਼ਨਲ ਐਲੀਮੈਂਟ ਨੂੰ ਸਪੋਰਟ ਕਰਨ ਨੂੰ ਤਿਆਰ ਹੈ, ਉਹਨਾਂ ਫੋਟੋ ਖਿਚਾਉਣ ਨੂੰ ਤਿਆਰ ਹੈ, ਅਸੀਂ ਬੰਬ ਬਲਾਸਟ ਕਰਨ ਨੂੰ ਤਿਆਰ ਹੈ, ਅਸੀਂ ਬੇਸਿਕਲੀ ਬੇਅਦਬੀ ਕਰਕੇ ਹਿੰਦੂ ਸਿੱਖ ਭਾਈਚਾਰੇ ਨੂੰ ਵੀ ਖਰਾਬ ਕਰਨ ਨੂੰ ਤਿਆਰ ਹੈ। ਕੋਈ ਨਾ ਕੋਈ ਤੇ ਜੇ ਇਸ ਟਾਈਮ 'ਚ ਹੋ ਰਿਹਾ ਹੈ ਤੇ ਪੋਲੀਟੀਕਲ ਪਾਰਟੀ ਕੋਈ ਨਾ ਕੋਈ ਤੇ ਇਨਵੋਲਵ ਹੋਏਗੀ। ਇਹ ਸਾਡੇ ਨੇਤਾਵਾਂ ਦਾ ਇਸ ਵੇਲੇ ਲੈਵਲ ਦੱਸਦਾ ਪਿਆ। ਬਿਲਕੁਲ, ਆਈ ਥਿੰਕ ਇਹ ਗੱਲ ਪ੍ਰੂਫ ਹੈ ਕਿ 2017 ਦੀ ਇਲੈਕਸ਼ਨ ਤੋਂ ਪਹਿਲਾਂ ਬੇਅਦਬੀ ਹੋਈ, ਹੁਣ 2 ਇਨਸੀਡੈਂਟ ਹੋਏ ਤੇ ਖਤਮ। ਦਿਸ ਇਜ਼ ਪ੍ਰੂਫ ਕਿ ਇਹ ਕੁਝ ਕੋਈ ਇਨਸਾਨ ਵੈਸੇ ਨਹੀਂ ਕਰ ਰਿਹਾ, ਪੋਲੀਟੀਕਲੀ ਮੋਟੀਵੇਟਡ ਗੱਲਾਂ ਨੇ। ਆਈ ਥਿੰਕ ਇਹੀ ਸਾਡੇ ਲਈ ਇਨਫ ਹੋਣਾ ਚਾਹੀਦਾ ਪ੍ਰੂਫ। ਤੇ ਲੈਟਸ ਹੋਪ ਕਿ ਆਪਾਂ ਇੱਕ ਸ਼ੁਰੂਆਤ ਇਹੋ ਜਿਹੀ ਕਰੀਏ, ਸਹੀ ਸਵਾਲ ਪੁੱਛੀਏ, ਉਹਦੀ ਅਵੇਅਰਨੈਸ ਰੱਖੀਏ ਤੇ ਦੂਜਿਆਂ ਨੂੰ ਮੋਟੀਵੇਟ ਕਰੀਏ ਕਿ ਉਹ ਸਹੀ ਸਵਾਲ ਪੁੱਛਣ। ਸੋ ਆਈ ਥਿੰਕ ਇਸ ਨੋਟ ਤੇ ਐਂਡ ਕਰਨਾ ਚਾਹੀਦਾ। ਐਬਸੋਲੂਟਲੀ। ਸੋ ਬਹੁਤ ਧੰਨਵਾਦ ਇੱਕ ਵਾਰੀ ਫੇਰ। ਇਹੀ ਮੈਸੇਜ ਸਾਡਾ, ਇਲੈਕਸ਼ਨ ਨੂੰ ਥੋੜੇ ਦਿਨ ਨੇ, ਡੋਰ ਟੂ ਡੋਰ ਕੈਂਪੇਨ ਲਈ ਵੀ ਤੁਹਾਡੇ ਸਾਰੇ ਕੈਂਡੀਡੇਟਸ ਤੁਹਾਡੇ ਕੋਲ ਆਉਣ ਵਾਲੇ ਨੇ। ਕਲੀਅਰ ਕੱਟ ਸਪੈਸੀਫਿਕ ਸਵਾਲ ਆਪਾਂ ਪੁੱਛੀਏ, ਉਹਨਾਂ ਦੇ ਮੈਨੀਫੈਸਟੋਜ਼ ਪੜ੍ਹ ਕੇ, ਤੇ ਇਸ ਆਦਤ ਨੂੰ ਕੰਟੀਨਿਊ ਰੱਖੀਏ ਤੇ ਜਿਹੜੇ ਡਰਾਮਾ ਹੁੰਦਾ ਹਰ ਇਸ਼ੂ ਦੇ ਇਰਦ ਗਿਰਦ ਉਹਦੇ 'ਚ ਨਾ ਪਈਏ। ਸੋ ਤੁਸੀਂ ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।